ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਰੀਰਕ ਅਤੇ ਮਾਨਸਿਕ ਦੁਨਿਆਵੀ ਦੁੱਖਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ। ਉੱਥੇ ਹੀ ਗੁਰੂ ਅਰਜਨ ਦੇਵ ਜੀ ਵੱਲੋਂ ਰਚੀ ਗਈ ਬਾਣੀ ਕਰਮਾਂ ਨੂੰ ਬਦਲਣ ਦੀ ਸ਼ਕਤੀ ਵੀ ਰੱਖਦੀ ਹੈ। ਇਹ ਕੋਈ ਵਹਿਮ ਜਾਂ ਫਿਰ ਅੰਧ ਵਿਸ਼ਵਾਸ ਨਹੀਂ ਹੈ। ਜਿਨ੍ਹਾਂ ਨੇ ਵਿਸ਼ਵਾਸ ਕਰਕੇ ਜਪਿਆ ਹੈ ਤੇ ਸਮਝਿਆ ਹੈ, ਉਹਨਾਂ ਨੂੰ ਹੀ ਇਸ ਦੀ ਅਪਾਰ ਕਿਰਪਾ ਦਾ ਗਿਆਨ ਹੈ, ਜੋ ਕਿ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਲੋਕ ਜੋ ਮਰਜ਼ੀ ਕਹਿਣ, ਪਰ ਇੱਕ ਵਾਰ ਭਰੋਸਾ ਕਰਕੇ ਪਰਮਾਤਮਾ ਉੱਪਰ ਪੂਰਨ ਵਿਸ਼ਵਾਸ ਰੱਖ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਦੇਖੋ, ਜ਼ਿੰਦਗੀ ਦੇ ਵਿੱਚੋਂ ਮੁਸੀਬਤ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਨਜ਼ਰ ਆਉਣਗੀਆਂ, ਚਾਹੇ ਜਿੰਨੀ ਮਰਜ਼ੀ ਵੱਡੀ ਤੇ ਪੁਰਾਣੀ ਮੁਸ਼ਕਿਲ ਕਿਉਂ ਨਾ ਹੋਵੇ। ਇਸੇ ਤਰ੍ਹਾਂ ਦੀ ਇੱਕ ਚਮਤਕਾਰ ਨੂੰ ਦਰਸਾਉਂਦੀ ਇਹ ਘਟਨਾ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਦੱਸਦੀ ਹੈ। ਇਹ ਘਟਨਾ ਸਨ 1899 ਦੇ ਪੰਜਾਬ ਦੇ ਇੱਕ ਸ਼ਹਿਰ ਦੀ ਹੈ। ਉਸ ਸਮੇਂ ਇੱਕ ਮਹਾਨ ਸੰਤ ਹੋਏ ਹਨ, ਜਿਨ੍ਹਾਂ ਦਾ ਨਾਮ ਸੰਤ ਸੰਗਤ ਸਿੰਘ ਜੀ ਕਮਲਈਏ ਵਾਲੇ ਸੀ। ਆਤਮਿਕ ਜੀਵਨ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਕੇ ਸਾਰੀ ਉਮਰ ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਪ੍ਰਚਾਰ ਹੀ ਕੀਤਾ ਅਤੇ ਸੰਗਤਾਂ ਨੂੰ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜਿਆ। ਸੰਤ ਸੰਗਤ ਸਿੰਘ ਜੀ ਨੇ ਸਾਰੀ ਉਮਰ ਸੰਗਤਾਂ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਦੱਸ ਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ। ਉਸ ਸਮੇਂ ਕਾਫੀ ਪ੍ਰਚਾਰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਕੀਤਾ। ਸੋ ਇਹ ਗੱਲ ਹੈ 1899 ਦੀ, ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਸਿੰਘ ਜੀ ਕਮਲਈਏ ਵਾਲੇ ਕਥਾ ਕਰਨ ਤੋਂ ਬਾਅਦ ਦਰਬਾਰ ਦੇ ਵਿੱਚੋਂ ਬਾਹਰ ਆਏ। ਬਾਹਰ ਆਉਂਦਿਆਂ ਹੀ ਇੱਕ ਮੁਸਲਮਾਨ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗ ਗਿਆ ਅਤੇ ਉੱਚੀ ਉੱਚੀ ਕਹਿਣ ਲੱਗਾ ਕਿ ਮੇਰੇ ਉੱਤੇ ਵੀ ਕਿਰਪਾ ਕਰੋ, ਸਾਡੇ ਵੱਲ ਵੀ ਕਿਰਪਾ ਦੀ ਦ੍ਰਿਸ਼ਟੀ ਕਰੋ। ਉਸ ਮੁਸਲਮਾਨ ਦਾ ਨਾਮ ਅਬਦੁਲ ਕਰੀਮ ਆਉਂਦਾ ਹੈ। ਸੰਤਾਂ ਨੇ ਅਬਦੁਲ ਕਰੀਮ ਨੂੰ ਪੁੱਛਿਆ ਕਿ ਤੈਨੂੰ ਕੀ ਤਕਲੀਫ ਪਰੇਸ਼ਾਨੀ ਹੈ। ਅਬਦੁਲ ਕਰੀਮ ਕਹਿਣ ਲੱਗਿਆ ਕਿ ਉਹ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਜ਼ਿੰਦਗੀ ਬਿਲਕੁਲ ਲੁੱਟ ਚੁੱਕੀ ਹੈ। ਉਸ ਦਾ ਦਿਵਾਲੀਆ ਨਿਕਲ ਚੁੱਕਿਆ ਹੈ, ਨਾ ਹੀ ਖਾਣ ਦੇ ਲਈ ਕੁਝ ਹੈ ਤੇ ਨਾ ਹੀ ਰਹਿਣ ਵਾਸਤੇ ਛੱਤ ਹੈ, ਕੋਈ ਥਾਂ ਟਿਕਾਣਾ ਨਹੀਂ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਆਂਦਾ ਦਾਣਾ ਦੇਖਣ ਦੇ ਲਈ ਮਿਲਿਆ ਹੈ ਅਤੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਹੀ 3-4 ਦਿਨਾਂ ਵਾਸਤੇ ਰਹਿਣ ਦੇ ਲਈ ਕਮਰਾ ਵੀ ਦਿੱਤਾ ਹੈ। ਬਾਕੀ ਇੱਥੋਂ ਵੀ ਇੱਕ ਨਾ ਇੱਕ ਦਿਨ ਜਾਣਾ ਹੀ ਪੈਣਾ ਹੈ। ਸੋ ਮੈਂ ਕੀ ਕਰਾਂ। ਉਸ ਮੁਸਲਮਾਨ ਦੇ ਨਾਲ ਉਸ ਦੀ ਪਤਨੀ ਵੀ ਸੀ, ਜਿਸ ਦਾ ਨਾਮ ਨੂਰਪਰੀ ਦੱਸਿਆ ਜਾਂਦਾ ਹੈ। ਉਹ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਨੂੰ ਲੈ ਕੇ ਕਿੱਥੇ ਜਾਵਾਂ। ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ, ਤੁਹਾਡੀ ਕਥਾ ਵਿਚਾਰ ਸੁਣੀ, ਬਹੁਤ ਵਧੀਆ ਲੱਗਿਆ। ਕੀ ਤੁਹਾਡਾ ਪਰਮਾਤਮਾ ਵਾਹਿਗੁਰੂ ਸਾਡੇ ਉੱਤੇ ਵੀ ਕਿਰਪਾ ਕਰੇਗਾ। ਸੰਤ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿ ਪਰਮਾਤਮਾ ਤਾਂ ਇੱਕ ਹੈ, ਸਾਡਾ ਤੇ ਤੁਹਾਡਾ ਕੀ, ਉਹ ਪਰਮਾਤਮਾ ਇੱਕ ਹੈ। ਸੰਤਾਂ ਨੇ ਕੋਲ ਖੜੇ ਇੱਕ ਸਿੱਖ ਦੇ ਕੋਲੋਂ ਇੱਕ ਪੇਪਰ ਤੇ ਕਲਮ ਮੰਗਵਾਇਆ ਅਤੇ ਸੰਤ ਪੇਪਰ ਦੇ ਉੱਤੇ ਕੁਝ ਲਿਖਣ ਲੱਗੇ। ਉਂਝ ਹੀ ਸੰਤ ਵੀ ਉਰਦੂ ਜਾਣਦੇ ਸੀ। ਸੰਤਾਂ ਨੇ ਇੱਕ ਪੇਪਰ ਦੇ ਉੱਤੇ ਸੁਖਮਨੀ ਸਾਹਿਬ ਜੀ ਦੀ ਇੱਕ ਤੁਕ ਲਿਖੀ, ਪ੍ਰਭ ਕੈ ਸਿਮਰਨ ਰਿੱਧ ਸਿਧ ਨੌਨਿਧ, ਤੇ ਉਹ ਪੇਪਰ ਮੁਸਲਮਾਨ ਨੂੰ ਦੇ ਕੇ ਕਿਹਾ ਕਿ ਤੂੰ ਇਸ ਤੁਕ ਦਾ ਸਿਮਰਨ ਕਰੀ ਜਾ, ਪਰਮਾਤਮਾ ਕਿਰਪਾ ਕਰਨਗੇ। ਇੰਨਾ ਕਹਿ ਕੇ ਸੰਤ ਉੱਥੋਂ ਚਲੇ ਗਏ। ਉਹ ਮੁਸਲਮਾਨ ਦੇ ਅੰਦਰ ਇੱਕ ਵਿਸ਼ਵਾਸ ਬਣ ਚੁੱਕਿਆ ਸੀ ਤੇ ਉਸਨੇ ਇੰਜ ਹੀ ਕੀਤਾ ਅਤੇ ਉਹ ਇਸ ਤੁਕ ਨੂੰ ਜਪਦਾ ਰਿਹਾ ਅਤੇ ਹੌਲੀ ਹੌਲੀ ਉਸ ਦੇ ਮੂੰਹ ਇਹ ਤੁਕ ਚੜ ਗਈ। ਉਹ ਦਿਨ ਰਾਤ ਲਗਾਤਾਰ ਇਹੀ ਤੁਕ ਪੜ੍ਹਦਾ ਰਹਿੰਦਾ। ਜਦੋਂ 2-3 ਦਿਨ ਹੋ ਗਏ ਤਾਂ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਹੁਣ ਤਾਂ 4 ਦਿਨ ਹੋ ਚੁੱਕੇ ਨੇ ਇੱਥੇ ਆਇਆ ਨੂੰ, ਗੁਰਦੁਆਰਾ ਸਾਹਿਬ ਵਾਲੇ ਹੁਣ ਕਮਰਾ ਖਾਲੀ ਕਰਨ ਨੂੰ ਕਹਿਣਗੇ, ਕਿਉਂਕਿ ਇਹ ਸਭ ਕਮਰੇ ਤਾਂ ਯਾਤਰੀਆਂ ਲਈ ਬਣੇ ਹੋਏ ਨੇ, ਆਪਾਂ ਕਿੰਨਾ ਕੁ ਚਿਰ ਇੱਥੇ ਰੁਕਾਂਗੇ। ਅਤੇ ਮਨ ਹੀ ਮਨ ਦੇ ਵਿੱਚ ਸੋਚਣ ਲੱਗਿਆ ਕਿ ਜੇਕਰ ਆਪਾਂ ਇੱਥੋਂ ਚਲੇ ਗਏ ਤਾਂ ਇਸ ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ। ਲੰਗਰ ਦੇ ਵਿੱਚ ਸੇਵਾ ਕਰ ਰਿਹਾ ਅਬਦੁਲ ਕਰੀਮ ਨਾਲ ਨਾਲ ਇਹ ਤੁਕ ਜਪ ਰਿਹਾ ਸੀ ਤੇ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਸੀ। ਉਸ ਦਿਨ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਫੌਜ ਦਾ ਇੱਕ ਰਿਟਾਇਰ ਸੂਬੇਦਾਰ ਆਇਆ ਹੋਇਆ ਸੀ। ਉਸ ਦੀ ਨਿਗਾਹ ਉਸ ਮੁਸਲਮਾਨ ਦੇ ਉੱਤੇ ਪਈ ਤੇ ਉਹ ਸੂਬੇਦਾਰ ਨੇ ਅਬਦੁਲ ਕਰੀਮ ਨੂੰ ਪੁੱਛਿਆ ਕਿ ਤੂੰ ਕੌਣ ਹੈ ਤੇ ਮੈਂ ਤੈਨੂੰ ਇੱਥੇ ਕਈ ਦਿਨਾਂ ਤੋਂ ਸੇਵਾ ਕਰਦਾ ਦੇਖ ਰਿਹਾ ਹਾਂ। ਅਬਦੁਲ ਕਰੀਮ ਨੇ ਦੱਸਿਆ ਕਿ ਮੈਂ ਜਲੰਧਰ ਦਾ ਰਹਿਣ ਵਾਲਾ ਹਾਂ, ਪਰ ਮੇਰੇ ਕੋਲ ਰਹਿਣ ਤੇ ਖਾਣ ਦੇ ਲਈ ਕੁਝ ਵੀ ਨਹੀਂ ਹੈ। ਗੁਰਦੁਆਰੇ ਵਿੱਚ ਰਹਿੰਦਿਆਂ ਵੀ ਕਾਫੀ ਦਿਨ ਹੋ ਚੁੱਕੇ ਨੇ ਤੇ ਹੁਣ ਇੱਥੋਂ ਵੀ ਜਾਣਾ ਪਵੇਗਾ। ਬਸ ਇਸੇ ਗੱਲ ਤੋਂ ਪਰੇਸ਼ਾਨ ਹਾਂ। ਸੂਬੇਦਾਰ ਨੇ ਅਬਦੁਲ ਕਰੀਮ ਨੂੰ ਕਿਹਾ ਕਿ ਤੂੰ ਮੇਰੇ ਖੇਤਾਂ ਦੇ ਵਿੱਚ ਕੰਮ ਕਰੇਗਾ, ਤੂੰ ਮੇਰੀ ਸਾਰੀ ਖੇਤੀ ਦਾ ਖਿਆਲ ਰੱਖੀ ਤੇ ਮੈਂ ਤੈਨੂੰ 100 ਰੁਪਏ ਮਹੀਨੇ ਤਨਖਾਹ ਦੇਵਾਂਗਾ ਅਤੇ ਉਸੇ ਖੇਤਾਂ ਦੇ ਵਿੱਚ ਮੇਰਾ ਇੱਕ ਕੋਠਾ ਵੀ ਹੈ, ਜਿੱਥੇ ਤੂੰ ਆਪਣੇ ਰਹਿਣ ਦਾ ਇੰਤਜ਼ਾਮ ਕਰ ਲਵੀਂ। ਅਬਦੁਲ ਕਰੀਮ ਮੰਨ ਗਿਆ ਅਤੇ ਇਹ ਤੁਕ ਜਪਦਿਆਂ ਜਪਦਿਆਂ ਹਾਲੇ 3 ਦਿਨ ਹੀ ਹੋਏ ਸੀ ਕਿ ਪਰਮਾਤਮਾ ਨੇ ਉਸ ਦੀ ਰੋਟੀ ਤੇ ਛੱਤ ਦਾ ਇੰਤਜ਼ਾਮ ਵੀ ਕਰ ਦਿੱਤਾ। ਸੂਬੇਦਾਰ ਦੀ ਸਾਰੀ ਖੇਤੀ ਉਸਨੇ ਸਾਂਭ ਲਈ ਤੇ ਉੱਥੇ ਹੀ ਉਸ ਦੇ ਕੋਠੇ ਦੇ ਵਿੱਚ ਰਹਿਣ ਲੱਗਿਆ। 100 ਰੁਪਏ ਮਹੀਨਾ ਤਨਖਾਹ ਹੋਈ ਤੇ ਫਿਰ ਜਦੋਂ ਪਹਿਲੀ ਫਸਲ ਹੋਈ ਤਾਂ ਅੱਗੇ ਨਾਲੋਂ ਦੁੱਗਣੀ ਹੋਈ। ਲਗਾਤਾਰ ਨਾਮ ਜਪਣ ਦਾ ਨਤੀਜਾ ਸੀ, ਜਿਸ ਦੇ ਨਾਲ ਫਸਲ ਦੇ ਉੱਤੇ ਵੀ ਅਸਰ ਪਿਆ। ਸੂਬੇਦਾਰ ਨੇ ਖੁਸ਼ ਹੋ ਕੇ ਉਸ ਦੀ ਤਨਖਾਹ 50 ਰੁਪਏ ਹੋਰ ਵਧਾ ਦਿੱਤੀ। ਫਿਰ ਅਗਲੇ 2 ਸਾਲਾਂ ਦੇ ਵਿੱਚ ਸੂਬੇਦਾਰ ਨੇ ਆਪਣੇ 2 ਖੇਤ ਅਬਦੁਲ ਕਰੀਮ ਨੂੰ ਠੇਕੇ ਦੇ ਉੱਤੇ ਦੇ ਦਿੱਤੇ ਅਤੇ ਅਬਦੁਲ ਕਰੀਮ ਆਪਣੀ ਖੇਤੀ ਵੀ ਨਾਲ-ਨਾਲ ਕਰਨ ਲੱਗਿਆ। ਸਮੇਂ ਦੇ ਨਾਲ-ਨਾਲ ਉਸਨੇ ਹੋਰ ਜ਼ਮੀਨ ਵੀ ਠੇਕੇ ਦੇ ਉੱਤੇ ਲਈ ਤੇ ਸੂਬੇਦਾਰ ਦੀ ਸਾਰੀ ਜ਼ਮੀਨ ਠੇਕੇ ਦੇ ਉੱਪਰ ਲੈ ਕੇ ਖੇਤੀ ਕਰਨ ਲੱਗਿਆ। ਖੇਤੀ ਵਧੀਆ ਹੁੰਦੀ ਰਹੀ ਅਤੇ ਸਮੇਂ ਦੇ ਨਾਲ-ਨਾਲ ਉਸਨੇ 8 ਮੁਰੱਬੇ ਵੀ ਖਰੀਦ ਲਏ ਅਤੇ ਆਪਣਾ ਇੱਕ ਘਰ ਵੀ ਬਣਵਾ ਲਿਆ। ਪਿੰਡ ਦੇ ਵਿੱਚ ਉਸ ਦਾ ਨਾਮ ਹੋ ਗਿਆ ਅਤੇ ਸਾਰੇ ਉਸ ਦਾ ਆਦਰ ਸਤਿਕਾਰ ਕਰਨ ਲੱਗੇ। ਉਸ ਨੂੰ ਪਿੰਡ ਦਾ ਨੰਬਰਦਾਰ ਵੀ ਬਣਾ ਦਿੱਤਾ ਗਿਆ। ਪਰ ਅਬਦੁਲ ਕਰੀਮ ਨੇ ਉਸ ਸੁਖਮਨੀ ਸਾਹਿਬ ਜੀ ਦੀ ਤੁਕ ਦਾ ਸਾਥ ਨਹੀਂ ਛੱਡਿਆ ਅਤੇ ਉਹ ਤੁਕ ਜਪਦਾ ਰਿਹਾ।
ਘਰ ਦੇ ਵਿੱਚ ਔਲਾਦ ਵੀ ਹੋਈ, ਪਰਿਵਾਰ ਸੁਖੀ ਹੋ ਗਿਆ। ਜਿਸ ਅਬਦੁਲ ਕਰੀਮ ਦੇ ਨਸੀਬ ਦੇ ਵਿੱਚ ਰੋਟੀ ਵੀ ਨਹੀਂ ਸੀ, ਅੱਜ ਉਹ 8 ਮੁਰੱਬਿਆਂ ਦਾ ਮਾਲਕ ਬਣ ਬੈਠਾ ਸੀ। ਫਿਰ ਅਬਦੁਲ ਕਰੀਮ ਸੰਤ ਸੰਗਤ ਸਿੰਘ ਜੀ ਨੂੰ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਿਆ ਅਤੇ ਜਾ ਕੇ ਪੈਰੀ ਪੈ ਗਿਆ ਤੇ ਸੰਤਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਪਹਿਚਾਣਿਆ। ਸੰਤਾਂ ਨੇ ਕਿਹਾ ਕਿ ਨਹੀਂ ਭਾਈ। ਉਹ ਕਹਿਣ ਲੱਗਿਆ ਕਿ ਮੈਂ ਅਬਦੁਲ ਕਰੀਮ ਹਾਂ, ਜੋ ਕਿ 9 ਸਾਲ ਪਹਿਲਾਂ ਤੁਹਾਨੂੰ ਇੱਥੇ ਹੀ ਮਿਲਿਆ ਸੀ ਅਤੇ ਤੁਸੀਂ ਪੇਪਰ ਦੇ ਉੱਤੇ ਮੈਨੂੰ ਕੁਝ ਲਿਖ ਕੇ ਦਿੱਤਾ ਸੀ, ਜਿਸ ਨਾਲ ਮੇਰੇ ਉੱਤੇ ਇੱਕ ਪਰਮਾਤਮਾ ਨੇ ਕਿਰਪਾ ਕੀਤੀ ਹੈ। ਸੰਤਾਂ ਨੇ ਕਿਹਾ ਕਿ ਮੈਂ ਪਹਿਚਾਣ ਲਿਆ। ਉਹ ਸੰਤਾਂ ਨੂੰ ਦੱਸਣ ਲੱਗਿਆ ਕਿ ਉਹ ਉਸ ਤੁਕ ਦਾ ਜਾਪ ਕਰਦਾ ਰਿਹਾ ਤੇ ਪਰਮਾਤਮਾ ਨੇ ਉਸ ਦੇ ਉੱਤੇ ਕਿਰਪਾ ਕੀਤੀ, ਜਿਸ ਕਾਰਨ ਅੱਜ ਉਹ 8 ਮੁਰੱਬਿਆ ਜ਼ਮੀਨ ਦਾ ਮਾਲਕ ਹੈ ਅਤੇ ਪਿੰਡ ਦੇ ਵਿੱਚ ਉਸ ਦੀ ਇੱਜ਼ਤ ਤੇ ਉਸਨੇ ਕਈ ਹੋਰ ਕਿੱਲੇ ਜ਼ਮੀਨ ਦੇ ਉੱਤੇ ਲਏ ਹੋਏ ਨੇ ਤੇ ਉਸ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਪਰ ਹੁਣ ਮੈਂ ਚਾਹੁੰਦਾ ਹਾਂ ਕਿ ਅੱਗੇ ਦਾ ਮੇਰਾ ਜੀਵਨ ਵੀ ਵਧੀਆ ਨਿਕਲੇ। ਉਹ ਅੱਲਾ ਦੀ ਦਰਗਾਹ ਦੇ ਵਿੱਚ ਵੀ ਮੇਰੀ ਹਾਜ਼ਰੀ ਮਨਜ਼ੂਰ ਹੋਵੇ। ਲੋਕ ਤਾਂ ਸੁਖੀਆ ਹੋ ਗਿਆ ਤੇ ਮੈਂ ਆਪਣਾ ਪਰਲੋਕ ਵੀ ਸੁਖੀਆ ਕਰਨਾ ਚਾਹੁੰਦਾ ਹਾਂ। ਸੰਤਾਂ ਨੇ ਇੱਕ ਸਿੱਖ ਨੂੰ ਫਿਰ ਭੇਜ ਕੇ ਸੁਖਮਨੀ ਸਾਹਿਬ ਜੀ ਦਾ ਗੁਟਕਾ ਉਰਦੂ ਦੇ ਵਿੱਚ ਮੰਗਵਾਇਆ ਅਤੇ ਉਹ ਗੁਟਕਾ ਸਾਹਿਬ ਉਹਨਾਂ ਨੇ ਅਬਦੁਲ ਕਰੀਮ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਪੜ੍ਹਨ ਸਿੱਖਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇ। ਸਾਨੂੰ ਬੜੀ ਖੁਸ਼ੀ ਹੈ ਕਿ ਤੇਰਾ ਆਸਰਾ ਉਹ ਪਰਮਾਤਮਾ ਬਣਿਆ ਤੇ ਹੁਣ ਤੂੰ ਉਸ ਪਰਮਾਤਮਾ ਖੁਦਾ ਦੀ ਪ੍ਰਾਪਤੀ ਚਾਹੁੰਦਾ ਹੈ। ਸੰਤਾਂ ਨੇ ਪਹਿਲਾਂ ਉਸ ਪੇਪਰ ਦੇ ਉੱਤੇ ਇੱਕ ਤੁਕ ਲਿਖੀ ਸੀ, ਪ੍ਰਭ ਕੈ ਸਿਮਰਨ ਰਿਦਸਤ ਨੌਨਿਧ, ਤੇ ਹੁਣ ਉਸ ਤੋਂ ਅਗਲੀ ਤੁਕ ਲਿਖ ਕੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਲਿਖ ਕੇ ਕਿਹਾ ਕਿ ਅਬਦੁਲ ਕਰੀਮ ਇਸ ਦਾ ਜਾਪ ਸਾਰੀ ਉਮਰ ਨਾ ਛੱਡੀ, ਪਰਮਾਤਮਾ ਉਸ ਲੋਕ ਦੇ ਵਿੱਚ ਵੀ ਤੇਰਾ ਸਹਾਈ ਹੋਵੇਗਾ। ਸੋ ਇਸ ਤਰ੍ਹਾਂ ਪਰਮਾਤਮਾ ਦੀ ਕਿਰਪਾ ਉਸ ਮੁਸਲਮਾਨ ਅਬਦੁਲ ਕਰੀਮ ਤੇ ਹੋਈ। ਲੋੜ ਹੈ ਵਿਸ਼ਵਾਸ ਦੀ। ਪਰਮਾਤਮਾ ਕੋਲ ਹੋ ਕੇ ਸੁਣਦਾ ਹੈ। ਜੇਕਰ ਤਰਕ ਕਰੋਗੇ ਤਾਂ ਤਰਕਾਂ ਦੇ ਵਿੱਚ ਹੀ ਫਸੇ ਰਹੋਗੇ। 24 ਅਸ਼ਟਪਦੀਆਂ 24 ਘੰਟਿਆਂ ਦੇ ਸਵਾਸ ਦੀ ਪੂਰਤੀ ਕਰਦੀ ਹੈ। ਬਸ ਲੋੜ ਹੈ ਪੜਨ ਤੇ ਸਮਝਣ ਦੀ ਤੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਨ ਦੀ।